ਹੈਲੋ ਸਟੂਡੈਂਟਸ, ਕੀ ਹਾਲ ਹੈ ਜੀ ਸਾਰਿਆਂ ਦਾ। ਉਮੀਦ ਹੈ ਤੁਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਹੋ ਤੇ ਆਪਣੀ ਸਟੱਡੀ ਮਨ ਲਗਾ ਕੇ ਕਰ ਰਹੇ ਹੋ। ਤਾਂ ਅੱਜ ਅਸੀਂ 5ਵੀਂ ਜਮਾਤ ਦਾ ਜੋ ਅਭਿਆਸ ਕਰਨ ਜਾ ਰਹੇ ਹਾਂ ਗਣਿਤ ਦਾ, ਉਹ ਹੈ ਅਭਿਆਸ 1.4। ਇਸ ਤੋਂ ਪਹਿਲਾਂ ਅਸੀਂ ਅਭਿਆਸ 1.1, 1.2 ਅਤੇ 1.3 ਤਿੰਨ ਲੜੀਆਂ ਇਸ ਦੀਆਂ ਕਰ ਚੁੱਕੇ ਹਾਂ। ਜੇ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਪਹਿਲਾਂ ਉਹ ਵੀਡੀਓਜ਼ ਜ਼ਰੂਰ ਦੇਖੋ ਤਾਂ ਕਿ ਇਸ ਦੇ ਵਿੱਚ ਤੁਹਾਨੂੰ ਅੱਗੇ ਸਮਝ ਆਵੇ, ਕਿਉਂਕਿ ਅੱਗੇ ਕਰਨ ਦਾ ਤਾਂ ਫਾਇਦਾ ਜੇਕਰ ਸਾਨੂੰ ਪਿਛਲਾ ਵੀ ਆਉਂਦਾ ਹੋਊਗਾ, ਠੀਕ ਹੈ ਨਾ। ਤਾਂ ਇਸ ਲਈ ਪਿਛਲੀਆਂ ਵੀਡੀਓਜ਼ ਜ਼ਰੂਰ ਦੇਖੋ। ਤਾਂ ਅੱਜ ਦਾ ਜਿਹੜਾ ਅਭਿਆਸ ਹੈ ਆਪਣੇ ਕੋਲੇ ਉਹ ਹੈ ਨਿਕਟੀਕਰਨ ਸੰਬੰਧੀ, ਠੀਕ ਹੈ। ਹਾਂਜੀ ਬੱਚਿਓ, ਕਰੀਏ ਫਿਰ ਹੁਣ ਆਪਾਂ ਅੱਜ ਦਾ ਕੰਮ। ਤਾਂ ਅੱਜ ਦਾ ਜੋ ਆਪਣਾ ਅਭਿਆਸ ਹੈ ਅਭਿਆਸ 1.4, ਇਸ ਦੇ ਵਿੱਚ ਆਪਾਂ ਕਰਨਾ ਹੈ ਨਿਕਟੀਕਰਨ। ਨਿਕਟੀਕਰਨ ਆਪਾਂ ਪਿਛਲੀਆਂ ਜਮਾਤਾਂ ਦੇ ਵਿੱਚ ਵੀ ਕਰਦੇ ਆਏ ਹਾਂ। ਪਿਛਲੀਆਂ ਜਮਾਤਾਂ ਦੇ ਵਿੱਚ ਆਪਾਂ ਦਹਾਈ, ਸੈਂਕੜੇ ਤੱਕ ਨਿਕਟੀਕਰਨ ਜੋ ਸਿੱਖ ਲਿਆ ਸੀ। ਚੌਥੀ ਜਮਾਤ ਦੇ ਵਿੱਚ ਜਿਵੇਂ ਕਿ ਆਪਾਂ 45, 46, ਮਤਲਬ 46 ਕੋਈ ਸੰਖਿਆ ਹੈ, 46 ਨੂੰ ਆਪਾਂ ਦਹਾਈ ਦੇ ਵਿੱਚ ਨਿਕਟੀਕਰਨ ਕਰਨਾ ਹੁੰਦਾ ਸੀ ਤਾਂ ਆਪਾਂ ਉਹਦੇ 50 ਬਣਾ ਦਿੰਦੇ ਸੀ, ਠੀਕ ਹੈ। ਇਸੇ ਤਰ੍ਹਾਂ ਕੋਈ ਸੰਖਿਆ 340 ਹੈ, ਜੇ ਉਹਦਾ ਸੈਂਕੜੇ ਦੇ ਵਿੱਚ ਆਪਾਂ ਨਿਕਟੀਕਰਨ ਕਰਨਾ ਹੁੰਦਾ ਸੀ ਆਪਾਂ ਉਹਨੂੰ 300 ਬਣਾ ਦਿੰਦੇ ਸੀ, ਠੀਕ ਹੈ। ਤਾਂ ਇਸ ਤਰ੍ਹਾਂ ਕਰਨਾ, ਇਸ ਚੀਜ਼ ਨੂੰ ਕਹਿੰਦੇ ਨੇ ਨਿਕਟੀਕਰਨ, ਠੀਕ ਹੈ। ਤਾਂ ਅੱਜ ਦੇ ਜਿਹੜੇ ਲੜੀ ਹੈ ਉਸ ਦੇ ਵਿੱਚ ਆਪਾਂ ਕਰਨਾ ਕੀ ਹੈ, ਨਿਕਟੀਕਰਨ, ਠੀਕ ਹੈ। ਮੈਂ ਤੇ ਲਿਖ ਦਿੰਦਾ ਨਿਕਟੀਕਰਨ, ਠੀਕ ਹੈ। ਅੱਜ ਆਪਾਂ ਨੇ ਨਿਕਟੀਕਰਨ ਕਰਨਾ, ਸੰਖਿਆਵਾਂ ਦਾ ਨਿਕਟੀਕਰਨ, ਠੀਕ ਹੈ। ਉਹ ਕਿਸ ਤਰ੍ਹਾਂ ਕਰਨਾ ਹੈ ਲੜੀ ਦਾ, ਅੱਜ ਦੀ ਲੜੀ ਦਾ ਜੋ ਪਹਿਲਾ ਸਵਾਲ ਹੈ ਉਹ ਹੈ ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰੋ। ਜਿਵੇਂ ਕਿ ਤੁਹਾਡੀ ਸਕਰੀਨ ਤੇ ਆ ਰਿਹਾ, ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰੋ। ਤਾਂ ਜਿੱਦਾਂ ਮੈਂ ਇਹਦਾ ਪਹਿਲਾ ਸਵਾਲ ਹੀ ਚੱਕ ਲਿਆ ਨਾ, ਇਹ ਸਵਾਲ, ਠੀਕ ਹੈ। ਇਸ ਸਵਾਲ ਦੇ ਵਿੱਚ ਕੀ ਹੈ, 270 ਕੀ ਸੰਖਿਆ ਦਿੱਤੀ ਹੋਈ ਆਪਣੇ ਕੋਲੇ, 270। ਤਾਂ ਆਪਾਂ ਨੂੰ ਕਿਹਾ ਕੀ ਹੈ, ਦਹਾਈ ਦੇ ਵਿੱਚ ਨਿਕਟੀਕਰਨ ਕਰਨ ਦੇ ਲਈ, ਠੀਕ ਹੈ। ਤਾਂ ਪਹਿਲਾਂ ਆਪਾਂ ਦੇਖਾਂਗੇ ਕਿ ਇਹਦਾ ਦਹਾਈ ਦਾ ਅੰਕ ਹੈਗਾ ਕਿਹੜਾ, ਠੀਕ ਹੈ। ਤਾਂ ਇਹਦੇ ਵਿੱਚ ਦਹਾਈ ਦਾ ਆਪਾਂ ਨੂੰ ਪਤਾ ਕਿ 7 ਹੈ ਜੋ ਉਹ ਦਹਾਈ ਦਾ ਅੰਕ ਹੈ, ਠੀਕ ਹੈ। ਤਾਂ ਨਿਕਟੀਕਰਨ ਕਰਨ ਦਾ ਇੱਕ ਨਿਯਮ ਹੁੰਦਾ ਹੈ, ਉਹਦੇ ਵਿੱਚ 2 ਗਰੁੱਪ ਬਣਾ ਲਏ ਹੁੰਦੇ ਆ ਅੰਕਾਂ ਦੇ। ਇੱਕ ਗਰੁੱਪ ਦੇ ਵਿੱਚ ਅਸੀਂ ਰੱਖਦੇ ਹਾਂ 0, 1, 2, 3, 4 ਨੂੰ, ਠੀਕ ਹੈ। ਤੇ ਦੂਸਰੇ ਗਰੁੱਪ ਦੇ ਵਿੱਚ ਰੱਖਦੇ ਹਾਂ ਅਸੀਂ 5, 6, 7, 8 ਤੇ 9, ਠੀਕ ਹੈ। ਇਹ 2 ਗਰੁੱਪ ਨੇ, ਠੀਕ ਹੈ। ਅਸੀਂ ਦੇਖਣੀ ਕੀ ਹੈ ਕਿ ਕਿਹੜੀ ਸੰਖਿਆ ਦੇਖ ਕੇ ਆਪਾਂ ਨਿਕਟੀਕਰਨ ਕਰਦੇ ਹੁੰਦੇ ਹਾਂ। ਉਹਦੇ ਵਿੱਚ ਕੀ ਹੈ, ਜਿਵੇਂ ਇਹੀ ਸਵਾਲ ਸੀ, ਇਸ ਸਵਾਲ ਦੇ ਵਿੱਚ ਨੇੜਲੀ ਦਹਾਈ ਦੇ ਵਿੱਚ ਨਿਕਟੀਕਰਨ ਕਰਨ ਦੇ ਲਈ ਕਿਹਾ ਹੈ। ਤਾਂ ਜਦੋਂ ਜਿਹੜੇ ਅੰਕ ਤੇ ਆਪਾਂ ਨੂੰ ਨਿਕਟੀਕਰਨ ਕਰਨ ਦੇ ਲਈ ਕਿਹਾ ਹੋਵੇ ਉਸ ਤੋਂ ਪਿੱਛੇ ਵਾਲਾ ਅੰਕ ਆਪਾਂ ਨੇ ਦੇਖਣਾ ਹੁੰਦਾ ਹੈ। ਜਿੱਦਾਂ ਇਹਨਾਂ ਨੇ 7 ਆਪਣੇ ਕੋਲੇ ਦਹਾਈ ਦਾ ਅੰਕ ਸੀ, ਤਾਂ ਇਹਦੇ ਪਿਛਲਾ ਅੰਕ ਕੀ ਹੈ, 0। ਆਪਣੇ ਕੋਲ ਇਸ ਤੋਂ ਪਿਛਲਾ ਅੰਕ ਕੀ ਹੈ, 0, ਠੀਕ ਹੈ। ਆਪਾਂ ਨੇ ਇਹ ਦੇਖਣਾ ਹੈ ਤੇ ਫਰਕ ਕਿੱਥੇ ਪਾਉਣਾ ਹੈ, ਉਹਦੇ ਵਿੱਚ ਹੀ ਜੋ ਦਹਾਈ ਦਾ ਅੰਕ ਹੈ ਉੱਥੋਂ ਹੀ ਫਰਕ ਪਾਉਣਾ ਹੈਗਾ, ਠੀਕ ਹੈ। ਤਾਂ ਆਪਾਂ ਇਹਦਾ ਪਿਛਲਾ ਅੰਕ ਦੇਖਿਆ 0, ਤਾਂ 0 ਕਿਹੜੇ ਗਰੁੱਪ 'ਚ ਹੈ, ਪਹਿਲੇ ਗਰੁੱਪ 'ਚ ਹੈ ਕਿ ਦੂਸਰੇ ਗਰੁੱਪ 'ਚ ਹੈ। ਤਾਂ ਇਹ ਪਹਿਲੇ ਗਰੁੱਪ ਦੇ ਵਿੱਚ 0 ਹੈ। ਜਦੋਂ ਤਾਂ ਇਹ ਪਹਿਲਾ ਗਰੁੱਪ ਹੋਵੇ, ਠੀਕ ਹੈ, ਉਦੋਂ ਆਪਾਂ ਨੇ ਕੁਝ ਵੀ ਨਹੀਂ, ਮਤਲਬ ਇੱਦਾਂ ਕਰੋ ਵੀ ਆਪਾਂ ਉਸ ਦੇ ਵਿੱਚ +0 ਕਰ ਲੈਣੀ ਹੈ, ਠੀਕ ਹੈ। ਤੇ ਜਦੋਂ ਇਹ ਸੈਕਿੰਡ ਗਰੁੱਪ ਦੇ ਵਿੱਚ ਹੈ ਤਾਂ ਉਦੋਂ ਅਸੀਂ +1 ਕਰ ਦੇਣਾ ਹੈ। ਕਿਵੇਂ +0 ਕਰਨੀ ਹੈ, ਕਿਵੇਂ +1 ਕਰਨਾ ਹੈ, ਮੈਂ ਤੁਹਾਨੂੰ ਦੱਸਦਾ। ਜਿੱਦਾਂ ਇਹਦੇ ਵਿੱਚ 0 ਸੀ, 0 ਪਹਿਲੇ ਗਰੁੱਪ ਦੇ ਵਿੱਚੋਂ ਸੀ, ਤਾਂ ਆਪਾਂ ਉਸੇ ਦੇ ਵਿੱਚ 0+ ਕਰਾਂਗੇ, ਠੀਕ ਹੈ ਨਾ। ਜਿਹੜਾ ਅੰਕ ਸਾਨੂੰ ਨਿਕਟੀਕਰਨ ਦੇ ਲਈ ਕਿਹਾ ਹੋਇਆ ਉਸ ਅੰਕ ਦੇ ਵਿੱਚ ਆਪਾਂ 0+ ਕਰਾਂਗੇ। ਤਾਂ ਇਸ ਅੰਕ ਦੇ ਵਿੱਚ 0+ ਕੀਤਾ ਤਾਂ ਇਹ 7 ਰਹਿ ਗਿਆ, ਪਿੱਛੇ ਵਾਲਾ 2 ਹੀ ਹੈ। ਤਾਂ ਉਸ ਤੋਂ ਅੱਗੇ ਵਾਲੇ ਜਦੋਂ ਇਹਦੇ ਵਿੱਚ 0+ ਕਰਤੀ, ਉਸ ਤੋਂ ਅੱਗੇ ਹੁਣ ਤਾਂ ਹੈ ਹੀ 0, ਜੇ 0 ਨਾ ਵੀ ਹੋਵੇ ਤਾਂ ਵੀ ਉਸ ਤੋਂ ਅੱਗੇ ਆਪਾਂ 0 ਹੀ ਲਾਉਣੀ ਹੈ, ਠੀਕ ਹੈ ਨਾ। ਮੰਨ ਲਓ ਮੈਂ ਇੱਕ ਸਵਾਲ ਆਪਦੇ ਵੱਲੋਂ ਪਾ ਲੈਣਾ, ਜਿੱਦਾਂ ਕਿ ਦੂਸਰਾ ਸਵਾਲ ਹੈਗਾ 458, ਠੀਕ ਹੈ। ਇਹਦੇ ਵਿੱਚ ਵੀ ਮੰਨ ਲਓ ਦਹਾਈ ਦੇ ਵਿੱਚ ਹੀ ਨਿਕਟੀਕਰਨ ਕਰਨ ਲਈ ਕਿਹਾ ਹੈ। ਤਾਂ ਇਹਦੇ ਵਿੱਚ ਦਹਾਈ ਦਾ ਅੰਕ 5 ਹੈ ਨਾ, ਤੇ ਆਪਾਂ ਨੇ ਦੇਖਣਾ ਕਿਹੜਾ ਹੈ, ਉਸ ਤੋਂ ਪਿੱਛੇ ਵਾਲਾ ਅੰਕ, ਇਕਾਈ ਦਾ ਅੰਕ, ਠੀਕ ਹੈ। ਇਕਾਈ ਦਾ ਅੰਕ ਕੀ ਹੈ, 8। 8 ਇਸ ਗਰੁੱਪ 'ਚੋਂ ਆਉਂਦਾ ਹੈ ਜਾਂ ਇਸ ਗਰੁੱਪ 'ਚ ਆਉਂਦਾ ਹੈ, ਠੀਕ ਹੈ। 8 ਨਿਚਲੇ ਗਰੁੱਪ 'ਚੋਂ ਹੈ, ਯਾਨੀ 5, 6, 7, 8, 9 ਇਹਦੇ ਵਿੱਚੋਂ, ਠੀਕ ਹੈ। ਤਾਂ ਉੱਥੇ ਆਪਾਂ ਨੇ ਕੀ ਕਰਨਾ, ਉੱਥੇ ਆਪਾਂ ਨੇ 1+ ਕਰਨਾ ਹੈ ਉਸੇ ਅੰਕ ਦੇ ਵਿੱਚ ਜਿਹੜਾ ਆਪਾਂ ਨੂੰ ਕਿਹਾ ਹੋਇਆ ਹੈ। ਯਾਨੀ 5 ਦੇ ਵਿੱਚ ਆਪਾਂ ਨੇ 1+ ਕਰਨਾ ਹੈ, ਪਲੱਸ ਤਾਂ 5 ਦੇ ਵਿੱਚ 1 ਕਰਨਾ ਹੈ ਤੇ ਉਹਦੀ ਪਿਛਲੀ ਸੰਖਿਆ ਨੂੰ ਵੀ ਆਪਾਂ ਨੇ ਬਦਲਣਾ ਹੈ। ਬਟ ਜਿਹੜੀ ਉਸ ਤੋਂ ਅੱਗੇ ਸੰਖਿਆਵਾਂ ਹੋਣਗੀਆਂ ਜਿੱਦਾਂ 8, ਠੀਕ ਹੈ, 8 ਨੂੰ ਪਹਿਲਾਂ ਹੀ 0 ਬਣਾ ਦਿਓ,
ठीक है। तो 5 ਦੇ ਵਿੱਚ 1 जोड़िया 6, तो 4 ਉਸੇ ਤਰ੍ਹਾਂ ਹੀ आ गई क्योंकि कोई हसल नहीं पई सी। तो 458 ਦਾ ਨਿਕਟੀਕਰਨ 460 ਹੋ ਗਿਆ ਨੇੜਲੀ ਦਹਾਈ ਦੇ ਵਿੱਚ। ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਨੇ ਸਵਾਲ ਕਰਨੇ ਨੇ ਨਿਕਟੀਕਰਨ ਦੇ। ਇਹ ਸੀ ਦਹਾਈ ਦੇ ਵਿੱਚ ਨਿਕਟੀਕਰਨ ਕਰਨਾ। ਤਾਂ ਹੁਣ ਇਸ ਤੋਂ ਅਗਲਾ ਸਵਾਲ ਹੈ ਜੀ, ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ। ਹੁਣ ਦੇਖੋ ਦੂਸਰਾ ਤੇ ਤੀਸਰਾ ਸਵਾਲ। ਦੂਸਰੇ ਸਵਾਲ ਦੇ ਵਿੱਚ ਦੇਖੋ ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ, ਤੇ ਤੀਸਰੇ ਵਿੱਚ ਹੈ ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ ਕਰੋ। ਤਾਂ ਮੈਂ ਹੁਣ ਸੈਂਕੜੇ ਤੇ ਹਜ਼ਾਰ ਦੋਨਾਂ ਦੇ ਹੀ ਸਵਾਲ ਤੁਹਾਨੂੰ ਇੱਕ ਇੱਕ ਸਵਾਲ ਕਰਕੇ ਦਿਖਾਣਾ। ਠੀਕ ਹੈ। ਤਾਂ ਇਸ ਤੋਂ ਤੁਸੀਂ ਅੱਗੇ ਸਵਾਲ ਆਪਣੇ ਆਪ ਕਰਨੇ ਨੇ। ਦੇਖੋ ਮੰਨ ਲਓ ਆਪਾਂ ਨੇ ਪਹਿਲਾਂ ਮੈਂ ਸੈਂਕੜੇ ਦੇ ਵਿੱਚ ਹੀ ਕਰਕੇ ਦਿਖਾਣਾ। ਇਹ ਸਵਾਲ ਲੈ ਲੈਂਦੇ ਆਪਾਂ। ਮੰਨ ਲਓ 7890 ਇੱਕ ਸੰਖਿਆ ਆਪਾਂ ਨੂੰ ਦਿੱਤੀ, ਤੇ ਇਹਦਾ ਆਪਾਂ ਨੇ ਸੈਂਕੜੇ ਦੇ ਵਿੱਚ ਨਿਕਟੀਕਰਨ ਕਰਨਾ। ਤਾਂ ਸੈਂਕੜੇ ਦੇ ਵਿੱਚ ਸੈਂਕੜੇ ਵਾਲਾ ਅੰਕ ਕਿਹੜਾ ਇਹਦਾ? ਤਾਂ ਇਹਦਾ ਸੈਂਕੜੇ ਵਾਲਾ ਅੰਕ ਕੀ ਹੈ? 8 ਹੈ। ਤੇ ਆਪਾਂ ਨੇ ਦੇਖਣਾ ਕੀ ਹੈ, ਜਿਹੜਾ ਅੰਕ ਆਪਾਂ ਨੂੰ ਕਿਹਾ ਹੋਵੇ ਉਸ ਤੋਂ ਨਾਲ ਦਾ, ਉਸ ਦੇ ਬਿਲਕੁਲ ਪਿਛਲਾ ਅੰਕ। ਤਾਂ ਉਦੋਂ ਨਾਲ ਦਾ ਅੰਕ ਕਿਹੜਾ ਹੈਗਾ? 9। ਠੀਕ ਹੈ। ਤਾਂ ਆਪਾਂ ਨੇ 9 ਦੇਖਿਆ, 9 ਆਪਾਂ ਨੂੰ ਪਤਾ ਲੱਗ ਗਿਆ। ਹੁਣ ਆਪਾਂ ਨੂੰ ਬਾਰ-ਬਾਰ ਉਹ ਗਰੁੱਪ ਦੇਖਣ ਦੀ ਲੋੜ ਨਹੀਂ, ਇਹ ਯਾਦ ਹੀ ਰੱਖੋ। ਠੀਕ ਹੈ। ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਸੈਕੰਡ ਗਰੁੱਪ ਦੇ ਵਿੱਚ ਹੈ। ਤਾਂ ਜਦੋਂ ਇਹ 5 6 7 8 9 ਇਹਨਾਂ ਦੇ ਵਿੱਚੋਂ ਹੀ ਹੋਵੇ ਤਾਂ ਆਪਾਂ ਨੇ ਕੀ ਕਰਨਾ ਹੈ? 1 ਪਲੱਸ ਕਰਨਾ ਹੈ। ਤੇ ਮੈਂ ਜਿਵੇਂ ਹੁਣ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ 1 ਪਲੱਸ ਉਹਦੇ ਵਿੱਚ ਕਰਨ ਤੋਂ ਪਹਿਲਾਂ ਜਿਹੜੇ ਉਸ ਤੋਂ ਅਗਲੇ ਅੰਕ ਨੇ ਨਾ, ਆਹ ਵਾਲੇ ਦੋਨੋਂ ਅੰਕ, ਠੀਕ ਹੈ, ਇਹਨਾਂ ਦੀ ਜਗ੍ਹਾ ਤੇ 2 ਜ਼ੀਰੋਆਂ ਲਾ ਦਿਓ ਪਹਿਲਾਂ ਹੀ। ਠੀਕ ਹੈ। ਤਾਂ ਇਹਦੇ ਵਿੱਚ 1 ਪਲੱਸ ਕਰ ਦਿਓ, ਇਹ ਬਣ ਗਿਆ 9। ਤਾਂ 7 ਉਸੇ ਤਰ੍ਹਾਂ ਹੀ। ਤਾਂ 7890 7890 ਦਾ ਨਿਕਟੀਕਰਨ ਸੈਂਕੜੇ ਦੇ ਵਿੱਚ 7900, ਇਹ ਉੱਤਰ ਆ ਗਿਆ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਆਪਾਂ ਨੇ ਸੈਂਕੜੇ ਦੇ ਵਿੱਚ ਨਿਕਟੀਕਰਨ ਕਰਨਾ ਹੈ। ਹੁਣ ਨਿਕਟੀਕਰਨ ਦੂਸਰਾ ਸਵਾਲ ਹੈ, ਇਸ ਤੋਂ ਅਗਲਾ ਸਵਾਲ ਜਿਹਦੇ ਵਿੱਚ ਆਪਾਂ ਨੇ ਕਰਨਾ ਕੀ ਸੀ? ਹਜ਼ਾਰ ਦੇ ਵਿੱਚ ਨਿਕਟੀਕਰਨ ਕਰਨਾ ਸੀ। ਉੱਥੇ ਮੈਂ ਇੱਕ ਸੰਖਿਆ ਆਪਦੇ ਵੱਲੋਂ ਲੈ ਲੈਣਾ ਹਜ਼ਾਰ ਦੇ ਵਿੱਚ ਨਿਕਟੀਕਰਨ ਕਰਨ ਦੇ ਲਈ। ਮੰਨ ਲਓ ਮੈਂ ਇੱਕ ਆਹ ਸੰਖਿਆ ਲੈ ਲਈ। ਇਹ ਸੰਖਿਆ ਹੈਗੀ ਹੈ 58537। ਠੀਕ ਹੈ। ਤਾਂ ਇਹਦੇ ਵਿੱਚ ਆਪਾਂ ਨੇ ਇੱਕ ਕਰਨਾ ਹੈ ਨੇੜਲੇ ਹਜ਼ਾਰ ਦੇ ਵਿੱਚ ਨਿਕਟੀਕਰਨ। ਤਾਂ ਇਸ ਦੇ ਵਿੱਚ ਹਜ਼ਾਰ ਵਾਲਾ ਅੰਕ ਕਿਹੜਾ ਹੈ? ਇਕਾਈ, ਦਹਾਈ, ਸੈਂਕੜਾ, ਹਜ਼ਾਰ। ਤਾਂ ਇਹਦੇ ਵਿੱਚ ਹਜ਼ਾਰ ਵਾਲਾ ਅੰਕ ਕੀ ਹੈ? 8। ਤਾਂ 8 ਤੋਂ ਪਿਛਲਾ ਅੰਕ ਉਹਦੇ ਨਾਲ ਵਾਲਾ ਹੀ ਆਪਾਂ ਨੇ ਦੇਖਣਾ ਹੈ, ਯਾਨੀ 5। 5 ਕਿਹੜੇ ਗਰੁੱਪ ਦੇ ਵਿੱਚ ਆ ਗਿਆ? ਪਹਿਲੇ ਜਾਂ ਦੂਜੇ ਗਰੁੱਪ ਦੇ ਵਿੱਚ? ਇਹ ਸਾਫ਼ ਪਤਾ ਲੱਗਦਾ ਆਪਾਂ ਨੂੰ ਦੂਸਰੇ ਗਰੁੱਪ ਦੇ ਵਿੱਚ 5 ਪਿਆ। ਠੀਕ ਹੈ। ਤਾਂ ਆਪਾਂ ਕੀ ਕਰਾਂਗੇ? ਉਹਦੇ ਵਿੱਚ 1 ਜੋੜ ਦਾਂਗੇ, ਕਿਉਂਕਿ ਉਦੋਂ ਆਪਾਂ ਨੇ 1 ਜੋੜਨਾ ਹੈ। ਠੀਕ ਹੈ। ਤਾਂ ਇਹਦੇ ਵਿੱਚ 1 ਜੋੜ ਦਾਂਗੇ। ਇਹਦੋਂ ਅੱਗੇ ਕਿੰਨੇ ਅੰਕ ਨੇ? ਇਸ ਤੋਂ ਅੱਗੇ 3 ਅੰਕ ਨੇ, ਤਾਂ 3 ਜ਼ੀਰੋ ਪਹਿਲਾਂ ਹੀ ਉਹਦੇ ਵਿੱਚ ਪਾ ਲਾਂਗੇ। ਠੀਕ ਹੈ। 8 ਦੇ ਵਿੱਚ 1 ਜੋੜਿਆ 9, 5 ਉਸੇ ਤਰ੍ਹਾਂ ਹੀ। ਤਾਂ ਇਹ ਬਣ ਗਿਆ 59000। ਹਜ਼ਾਰ ਦੇ ਵਿੱਚ ਨਿਕਟੀਕਰਨ ਹੋ ਗਿਆ 58537 ਦਾ, 59000 ਇਹਦਾ ਉੱਤਰ ਆ ਗਿਆ। ਠੀਕ ਹੈ। ਇਹ ਆਨਸਰ ਸਾਨੂੰ ਮਿਲ ਗਿਆ। ਤਾਂ ਇਸ ਤਰ੍ਹਾਂ ਆਪਾਂ ਨੇ ਹਜ਼ਾਰ ਦੇ ਵਿੱਚ ਨਿਕਟੀਕਰਨ ਕਰਨਾ ਹੈ। ਹੁਣ ਤੁਸੀਂ ਕੀ ਸਿੱਖਿਆ? ਨੇੜਲੀ ਦਹਾਈ ਦੇ ਵਿੱਚ ਤੇ ਨੇੜਲੇ ਸੈਂਕੜੇ ਦੇ ਵਿੱਚ। ਠੀਕ ਹੈ। ਇਸੇ ਤਰ੍ਹਾਂ ਹੀ ਨੇੜਲੇ ਹਜ਼ਾਰ ਦੇ ਵਿੱਚ। ਠੀਕ ਹੈ। 3 ਤਰ੍ਹਾਂ ਦਾ ਨਿਕਟੀਕਰਨ ਤੁਸੀਂ ਸਿੱਖ ਚੁੱਕੇ ਹੋ। ਤਾਂ ਇਸ ਤੋਂ ਅਗਲੇ ਸਵਾਲ ਵੱਲ ਚੱਲੀਏ ਬੇਟਾ। ਓਕੇ। ਇਸ ਤੋਂ ਅੱਗੇ ਜਿਹੜਾ ਸਵਾਲ ਹੈ ਉਹ ਹੈ ਚੌਥਾ ਸਵਾਲ, ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ 10000 ਵਿੱਚ ਨਿਕਟੀਕਰਨ ਕਰੋ। ਤੇ ਇਸੇ ਤਰ੍ਹਾਂ ਹੀ ਪੰਜਵਾਂ ਸਵਾਲ ਹੈ, ਹੇਠ ਲਿਖੀਆਂ ਸੰਖਿਆਵਾਂ ਦਾ ਨੇੜੇ ਦੀ ਦਹਾਈ, ਸੈਂਕੜੇ ਅਤੇ ਹਜ਼ਾਰ ਵਿੱਚ ਨਿਕਟੀਕਰਨ ਕਰੋ। ਉਹਦੇ ਵਿੱਚ ਤਾਂ ਦਹਾਈ, ਸੈਂਕੜੇ ਅਤੇ ਹਜ਼ਾਰ ਦੇ ਵਿੱਚ ਨਿਕਟੀਕਰਨ ਹੈ, ਉਹ ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ। ਹੁਣ ਸਿਰਫ ਆਪਾਂ ਗੱਲ ਕਰਦੇ ਹਾਂ ਚੌਥੇ ਸਵਾਲ ਦੀ। ਤਾਂ ਚੌਥੇ ਸਵਾਲ ਦੇ ਵਿੱਚ 10000 ਦੇ ਵਿੱਚ ਨਿਕਟੀਕਰਨ ਕਰਨ ਦੇ ਲਈ ਕਿਹਾ ਹੋਇਆ। ਹਾਂਜੀ, 10000 ਦੇ ਵਿੱਚ ਨਿਕਟੀਕਰਨ ਕਰਨ ਦੇ ਲਈ ਮੈਂ ਪਹਿਲਾ ਸਵਾਲ ਲੈਣਾ। ਇਹ ਸਵਾਲ ਮਤਲਬ ਮੈਂ ਸਵਾਲ ਲੈ ਲਿਆ 57870। ਠੀਕ ਹੈ। ਇਸ ਸੰਖਿਆ ਨੂੰ ਆਪਾਂ ਨੇ ਨੇੜਲੀ 10000 ਦੇ ਵਿੱਚ ਨਿਕਟੀਕਰਨ ਕਰਨਾ ਹੈ। ਤਾਂ 10000 ਦੇ ਵਿੱਚ ਨਿਕਟੀਕਰਨ ਕਰਨ ਦੇ ਲਈ ਬੇਟਾ ਕੀ ਕਰਨਾ ਪਏਗਾ? ਆਪਾਂ ਨੂੰ ਪਹਿਲਾਂ ਉਹ ਅੰਕ ਲੱਭਣਾ ਪਏਗਾ ਕਿ 10000 ਵਾਲਾ ਇਸ ਸੰਖਿਆ ਦੇ ਵਿੱਚ ਅੰਕ ਕਿਹੜਾ ਹੈ। ਇਕਾਈ, ਦਹਾਈ, ਸੈਂਕੜਾ, ਹਜ਼ਾਰ, 10000 ਮਤਲਬ 10000। ਠੀਕ ਹੈ। ਤਾਂ 10000 ਦੇ ਵਿੱਚ ਨਿਕਟੀਕਰਨ ਕਰਨ ਦੇ ਲਈ ਇਹਦਾ ਅੰਕ ਕਿਹੜਾ ਮਿਲ ਗਿਆ ਆਪਾਂ ਨੂੰ? 5। ਤਾਂ ਆਪਾਂ ਦੇਖਣਾ ਕਿਹੜਾ ਹੁੰਦਾ? ਉਸ ਤੋਂ ਪਿੱਛੇ ਵਾਲਾ। ਤਾਂ ਇਸ ਤੋਂ ਪਿੱਛੇ ਵਾਲਾ ਅੰਕ ਕੀ ਹੈ? 7। ਤਾਂ 7 ਕਿਹੜੇ ਗਰੁੱਪ 'ਚ ਆਉਂਦਾ ਜੀ? ਇਹ ਦੂਸਰੇ ਗਰੁੱਪ 'ਚ ਆਉਂਦਾ ਜਿੱਥੇ ਆਪਾਂ 1 ਜੋੜਦੇ ਹੁੰਦੇ ਸੀ। 1 ਕਿਹਦੇ 'ਚ ਜੋੜਦੇ ਹੁੰਦੇ ਸੀ? ਜਿਹੜੀ ਸੰਖਿਆ ਦਾ ਨਿਕਟੀਕਰਨ ਕਰਨਾ ਸੀ। ਤਾਂ ਇੱਥੇ ਨਿਕਟੀਕਰਨ ਕਰਨਾ ਅਸੀਂ 10000 ਵਾਲੀ ਸੰਖਿਆ ਦਾ। ਤਾਂ 10000 ਵਾਲੀ ਸੰਖਿਆ ਦੇ ਵਿੱਚ ਆਪਾਂ 1 ਜੋੜਾਂਗੇ ਤੇ ਉਦੋਂ ਅੱਗੇ 4 ਅੰਕ ਨੇ, ਚਾਰੇ ਪਹਿਲਾਂ ਜ਼ੀਰੋਆਂ ਕਰ ਦਿਆਂਗੇ। ਮੈਂ ਪਹਿਲਾਂ ਵੀ ਦੱਸਿਆ ਸੀ ਨਾ, ਉਹਨਾਂ ਨੂੰ ਆਪਾਂ ਜ਼ੀਰੋ ਹੀ ਕਰਨੀਆਂ ਨੇ। ਠੀਕ ਹੈ। ਤਾਂ 5 ਦੇ ਵਿੱਚ 1 ਜੋੜਿਆ 6। ਠੀਕ ਹੈ। 57870 ਦਾ ਨੇੜਲੇ 10000 ਦੇ ਵਿੱਚ ਨਿਕਟੀਕਰਨ
60,000 पूरी संख्या 60,000 हो गया। ठीक है, तो ਇਹਦਾ ਆਨਸਰ ਮਿਲ ਗਿਆ। ਤਾਂ ਬੇਟਾ ਇਸ ਤਰ੍ਹਾਂ ਆਪਾਂ ਨੇ 10,000 ਦੇ ਵਿੱਚ ਨਿਕਟੀਕਰਨ ਕਰਨਾ। ਤਾਂ ਇਸ ਤੋਂ ਅਗਲਾ ਜਿਹੜਾ ਸਵਾਲ ਸੀ ਪੰਜਵਾਂ, ਤਾਂ ਉਹਦੇ ਵਿੱਚ ਉਹੀ ਹੈ, ਨੇੜਲੀ ਦਹਾਈ, ਸੈਂਕੜਾ ਅਤੇ ਹਜ਼ਾਰ ਦੇ ਵਿੱਚ ਹੀ ਨਿਕਟੀਕਰਨ ਕਰਨਾ ਹੈ। ਠੀਕ ਹੈ, ਉਹ ਤੁਸੀਂ ਆਪਣੇ ਆਪ ਕਰਨਾ ਬੇਟਾ। ਤਾਂ ਅੱਗੇ ਚੱਲੀਏ। ਠੀਕ ਹੈ, ਹਾਂਜੀ, ਸਵਾਲ ਨੰਬਰ 6ਵਾਂ, ਉਹ ਛੋਟੀ ਤੋਂ ਛੋਟੀ ਸੰਖਿਆ ਅਤੇ ਵੱਡੀ ਤੋਂ ਵੱਡੀ ਸੰਖਿਆ ਲਿਖੋ ਜਿਸ ਨੂੰ 1000 ਵਿੱਚ ਨਿਕਟੀਕਰਨ ਕਰਕੇ 5000 ਪ੍ਰਾਪਤ ਹੋ ਜਾਏ। ਹੁਣ ਸਾਡੇ ਕੋਲ ਨਾ ਪਹਿਲੇ ਉੱਤਰ ਦਿੱਤਾ ਨਿਕਟੀਕਰਨ ਦਾ 5000। ਠੀਕ ਹੈ ਨਾ, ਆਪਾਂ ਨੂੰ ਉਹ ਹਮੇਸ਼ਾ ਦਿਮਾਗ 'ਚ ਰੱਖਣੇ ਪੈਣਗੇ ਦੋਨੋਂ ਗਰੁੱਪ, 0 1 2 3 4, ਦੂਸਰਾ ਗਰੁੱਪ ਸੀ 5 6 7 8 ਤੇ 9। ਠੀਕ ਹੈ, ਉਹਨਾਂ ਅੰਕਾਂ ਦਾ। ਤੇ ਹੁਣ ਦੇਖੋ ਇੱਥੇ ਸੰਖਿਆ ਦੇ ਅੰਕਾਂ ਦਾ ਕੋਈ ਮਤਲਬ ਨਹੀਂ, ਬਸ ਇੰਨਾ ਜ਼ਰੂਰ ਹੈ ਆਪਣੇ ਕੋਲੇ ਵੀ ਇਹ 5000 4 ਅੰਕਾਂ ਤੋਂ ਬਣੀ ਸੰਖਿਆ ਹੈ। ਆਪਾਂ ਨੇ 4 ਅੰਕਾਂ ਤੋਂ ਬਣੀ ਸੰਖਿਆ ਹੀ ਰੱਖਣੀ ਹੈ, ਨਾ ਤਾਂ ਅੰਕ 3 ਕਰਨੇ ਨੇ, ਨਾ ਹੀ ਆਪਾਂ ਅੰਕ 5 ਕਰਨੇ ਨੇ। ਹਾਂ, ਇਹ ਚੀਜ਼ ਪਤਾ ਕਰਨੀ ਹੈ ਵੀ ਉਹ ਵੱਡੀ ਤੋਂ ਵੱਡੀ ਸੰਖਿਆ ਜਾਂ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੈ ਜਿਹਨੂੰ ਆਪਾਂ 1000 ਚ ਨਿਕਟੀਕਰਨ ਕਰਨ ਤੇ ਸਾਨੂੰ 5000 ਪ੍ਰਾਪਤ ਹੋ ਜੇ। ਤਾਂ ਉਹਦੇ ਚ ਆਪਾਂ ਕੀ ਕਰਾਂਗੇ, ਆਪਾਂ ਪਹਿਲਾਂ ਮੈਂ ਛੋਟੀ ਤੋਂ ਛੋਟੀ ਸੰਖਿਆ ਤੁਹਾਨੂੰ ਪਤਾ ਕਰਕੇ ਦਿਖਾਣਾ। ਦੇਖੋ 5000 ਤੋਂ ਛੋਟਾ ਮਤਲਬ ਜੇ ਆਪਾਂ ਇੱਕ ਵੀ ਘਟਾ ਦਾਂਗੇ ਇਹਦੇ ਚੋਂ ਤਾਂ ਉਹ 4000 ਵਾਲੀ ਸੀਰੀਜ਼ ਚੱਲ ਪੂਗੀ ਨਾ, ਜਿਹੜੀ ਹਜ਼ਾਰਾਂ 'ਚ ਤਾਂ ਉਹ 4000 ਵਾਲੀ ਸੀਰੀਜ਼ ਚੱਲ ਪੂਗੀ। ਠੀਕ ਹੈ, ਤਾਂ ਆਪਾਂ ਕੀ ਕਰਨਾ ਹੈ, ਆਪਾਂ ਇੱਥੇ ਤਾਂ ਮੰਨ ਲਓ 4 ਹੀ ਲਿਖ ਲਓ। ਠੀਕ ਹੈ, ਤੇ ਉਦੋਂ ਬਾਅਦ ਵੀ 4 ਤੋਂ ਨਾਲ ਵਾਲਾ ਅੰਕ ਜਿਹੜਾ ਆਪਾਂ ਦੇਖਦੇ ਹੁੰਦੇ ਸੀ ਉਹ ਵੱਡੇ ਤੋਂ ਵੱਡਾ ਕਿਹੜਾ ਹੋਊਗਾ ਵੀ ਜਿਹਨੂੰ ਆਪਾਂ ਮਤਲਬ ਇੱਕ ਜੋੜੀਏ, ਫਿਰ ਆਪਾਂ ਇੱਕ ਜੋੜੀਏ। ਠੀਕ ਹੈ, ਉਧਰੋਂ ਦੂਸਰਾ ਗਰੁੱਪ ਦੇਖੋ, ਦੂਸਰੇ ਗਰੁੱਪ 'ਚ ਕੀ ਹੁੰਦਾ ਸੀ 5 6 7 8 ਤੇ 9। ਇਹਦੇ ਵਿੱਚੋਂ ਆ ਪਹਿਲਾ ਅੰਕ ਜਿਹੜਾ 5। ਠੀਕ ਹੈ, ਜੇ 4 ਦੇ ਨਾਲ 5 ਹੁੰਦਾ ਤਾਂ ਹੀ ਆਪਾਂ ਉਧਰ ਇੱਕ ਜੋੜ ਕੇ ਉਹਨੂੰ 5000 ਬਣਾਉਂਦੇ। ਠੀਕ ਹੈ, ਤਾਂ ਇੱਥੇ ਮੰਨ ਲਓ ਆਪਣਾ 5 ਹੀ ਸੀ। ਠੀਕ ਹੈ ਨਾ, ਤਾਂ ਹੀ ਆਪਾਂ 4 ਦੇ ਵਿੱਚ ਇੱਕ ਜੋੜਿਆ, ਫਿਰ ਜਾ ਕੇ ਕਿਤੇ ਉਹਨੂੰ ਆਪਾਂ 5000 ਬਣਾ ਕੇ ਉਹਦੇ ਨਾਲ 3 ਜ਼ੀਰੋ ਲਾ ਕੇ ਉਹਨੂੰ 5000 ਕੀਤਾ, ਇਹ ਮੰਨੋ। ਠੀਕ ਹੈ, ਪਰ ਉਹਨਾਂ ਨੇ ਹੁਣ ਕੀ ਕਿਹਾ ਵੀ ਸਾਨੂੰ ਉਹ ਸੰਖਿਆ ਹੁਣ 5 ਦੇ ਨਾਲ ਇੱਧਰਲੇ ਪਾਸੇ ਤੋਂ ਕਿੰਨੀਆਂ ਵੀ ਸੰਖਿਆ ਹੋਰ ਵੀ ਕੋਈ ਅੰਕ ਲਿਖ ਸਕਦੇ ਆਪਾਂ, ਇੱਥੇ ਇਹਦੇ ਨਾਲ 2 ਅੰਕ ਹੀ ਲਿਖਣੇ ਨੇ ਆਪਾਂ ਨੇ। ਠੀਕ ਹੈ, ਉਹ ਕੋਈ ਵੀ 2 ਅੰਕ ਲਿਖ ਸਕਦੇ ਹਾਂ, ਪਰ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਇਹਦੇ ਵਿੱਚ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ, ਤਾਂ ਆਪਾਂ ਛੋਟੀ ਤੋਂ ਛੋਟੀ ਸੰਖਿਆ ਇਹਦੇ ਨਾਲ 0 ਹੀ ਪਾਵਾਂਗੇ, 0 ਤੋਂ ਵੱਡੇ 2 ਅੰਕ ਨਹੀਂ ਪਾਉਂਦੇ ਆਪਾਂ। ਠੀਕ ਹੈ, ਤਾਂ ਸਾਡੇ ਕੋਲੇ ਆ ਆਨਸਰ ਪ੍ਰਾਪਤ ਹੋ ਗਿਆ 4500। 4500 ਉਹ ਛੋਟੀ ਤੋਂ ਛੋਟੀ ਸੰਖਿਆ ਹੈ ਜਿਹਦਾ 1000 ਦੇ ਵਿੱਚ ਨਿਕਟੀਕਰਨ ਕਰਨ ਤੇ ਸਾਨੂੰ 5000 ਪ੍ਰਾਪਤ ਹੁੰਦਾ ਹੈ। ਇਹਨੂੰ ਆਪਾਂ ਲਿਖ ਦਿੰਦੇ ਹਾਂ ਛੋਟੀ ਤੋਂ ਛੋਟੀ ਸੰਖਿਆ। ਠੀਕ ਹੈ ਜੀ, ਤਾਂ ਹੁਣ ਇਸ ਤੋਂ ਅੱਗੇ ਹੁਣ ਬਣਾਉਣੀ ਆ ਆਪਾਂ ਨੇ ਵੱਡੀ ਤੋਂ ਵੱਡੀ ਸੰਖਿਆ। ਠੀਕ ਹੈ, 5000 ਦਾ ਨਿਕਟੀਕਰਨ 1000 ਦੇ ਵਿੱਚ ਕਰਨ ਤੇ ਕਿਸੇ ਵੀ ਸੰਖਿਆ ਦਾ 1000 ਦੇ ਵਿੱਚ ਨਿਕਟੀਕਰਨ ਕਰਨ ਤੇ ਜਿਹੜੀ 5000 ਸੰਖਿਆ ਸਾਨੂੰ ਪ੍ਰਾਪਤ ਹੁੰਦੀ ਹੈ। ਠੀਕ ਹੈ, ਉਹ ਵੱਡੀ ਤੋਂ ਵੱਡੀ ਸੰਖਿਆ ਆਪਾਂ ਨੇ ਲੱਭਣੀ ਹੈ। ਠੀਕ ਹੈ, ਤਾਂ ਦੇਖੋ ਜੀ 5 ਦੇ ਵਿੱਚ ਆਪਾਂ ਮੰਨ ਲਓ ਕੁਝ ਵੀ ਨਹੀਂ ਜੋੜਦੇ, ਯਾਨੀ 0 ਜੋੜਦੇ ਹੁੰਦੇ ਆ। ਉਹ ਕਿਹੜਾ ਗਰੁੱਪ ਸੀ, ਉਹ ਗਰੁੱਪ ਸੀਗਾ ਆਪਣੇ ਕੋਲੇ 0 1 2 3 ਤੇ 4 ਵਾਲਾ। ਠੀਕ ਹੈ, ਇਹ ਗਰੁੱਪ ਹੁੰਦਾ ਤਾਂ ਹੀ ਆਪਾਂ 0 ਜੋੜਦੇ ਹੁੰਦੇ। ਮੰਨ ਲਓ ਮੈਂ ਪਹਿਲੀ 5 ਦੇ ਵਿੱਚ 0 ਜੋੜਨ ਵਾਲਾ ਕੰਮ ਕਰਨਾ। ਠੀਕ ਹੈ, ਤੇ ਤਾਂ ਉਹਨੂੰ ਆਪਾਂ 5 ਹੀ ਲਿਖਾਂਗੇ, 5 ਦੇ ਵਿੱਚ 0 ਜੋੜ ਕੇ ਤਾਂ 5 ਹੀ ਲਿਖਦੇ। ਠੀਕ ਹੈ, ਤਾਂ ਆਪਾਂ ਦੇਖਦੇ ਕਿਹੜਾ, ਉਹਦੇ ਨਾਲ ਵਾਲਾ ਅੰਕ। ਠੀਕ ਹੈ ਨਾ, ਉਹਦੇ ਨਾਲ ਵਾਲਾ ਅੰਕ ਦੇਖਦੇ ਹੁੰਦੇ ਨਾ, ਤਾਂ ਉਹਦੇ ਨਾਲ ਵਾਲਾ ਅੰਕ ਇਹਨਾਂ ਦੇ ਵਿੱਚੋਂ ਆਪਾਂ ਨੇ ਵੱਡੇ ਤੋਂ ਵੱਡਾ ਲੈਣਾ ਨਾ। ਹੁਣ ਇਹਨਾਂ ਦੇ ਵਿੱਚ ਵੱਡੇ ਤੋਂ ਵੱਡਾ ਕਿਹੜਾ, ਉਹ 4 ਹੈ। ਇਹਦੇ ਨਾਲ ਆਪਾਂ 4 ਪਾਤਾ। ਮੰਨ ਲਓ 5 4 ਆਪਣੇ ਕੋਲ 2 ਅੰਕ ਪ੍ਰਾਪਤ ਹੋ ਗਏ। ਠੀਕ ਹੈ, ਹੁਣ ਜਿਵੇਂ ਆਪਾਂ ਪਹਿਲਾਂ ਸੋਚਿਆ ਸੀ ਛੋਟੀ ਤੋਂ ਛੋਟੀ ਵੇਲੇ ਆਪਾਂ 2 ਜ਼ੀਰੋਆਂ ਨਾਲ ਲਾਈਆਂ ਸੀ, ਵੱਡੀ ਤੋਂ ਵੱਡੀ ਦੇ ਸਮੇਂ ਆਪਾਂ 2 9। ਠੀਕ ਹੈ, ਨਾਲ ਲਗਾਵਾਂਗੇ ਆਪਾਂ ਇਹਦੇ, ਤਾਂ ਇਹ ਬਣ ਗਿਆ ਜੀ 5499। ਠੀਕ ਹੈ, 5499 ਹੀ ਉਹ ਵੱਡੀ ਤੋਂ ਵੱਡੀ ਸੰਖਿਆ ਹੈ। ਠੀਕ ਹੈ ਜੀ, ਤਾਂ 5499 ਹੀ ਉਹ ਵੱਡੀ ਤੋਂ ਵੱਡੀ ਸੰਖਿਆ ਹੈ ਜਿਸ ਤੋਂ ਨੇੜਲੇ 1000 ਦੇ ਵਿੱਚ ਨਿਕਟੀਕਰਨ ਕਰਨ ਤੇ ਸਾਨੂੰ 5000 ਪ੍ਰਾਪਤ ਹੋਊਗਾ। ਠੀਕ ਹੈ, ਇਸ ਤਰ੍ਹਾਂ ਸਾਡੇ ਕੋਲ ਦੋਨੇ ਸੰਖਿਆਵਾਂ ਪ੍ਰਾਪਤ ਹੋ ਗਈਆਂ ਜੀ। ਇੱਕ ਤਾਂ 5499 ਤੇ ਦੂਸਰੀ ਜਿਵੇਂ ਆਪਾਂ ਪਹਿਲਾਂ ਕੀਤਾ ਸੀ 4500। ਠੀਕ ਹੈ, ਇਹ ਛੋਟੀ ਤੋਂ ਛੋਟੀ ਸੰਖਿਆ ਸੀ। ਤਾਂ ਇਹੀ ਦੋ ਸੰਖਿਆਵਾਂ ਠੀਕ ਹੈ ਆਪਾਂ ਨੂੰ ਬਣਾਉਣ ਦੇ ਲਈ ਕਿਹਾ ਗਿਆ ਸੀ। ਤਾਂ ਇਸ ਤੋਂ ਅੱਗੇ ਚੱਲਦੇ ਹਾਂ। ਹਾਂਜੀ, ਇਸ ਤੋਂ ਅੱਗੇ ਹੈ
ਜੇਕਰ ਸੰਖਿਆ 341 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 340 ਹੁੰਦਾ ਹੈ ਤਾਂ ਉਹ ਸਾਰੀਆਂ ਸੰਖਿਆਵਾਂ ਲਿਖੋ ਜਿਨ੍ਹਾਂ ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 340 ਹੋਵੇਗਾ। ਇਹ ਤਾਂ ਸਿੰਪਲ ਹੈ ਬੇਟਾ, ਠੀਕ ਹੈ। 340 ਨੇੜਲੀ ਦਹਾਈ ਦੇ ਵਿੱਚ ਨਿਕਟੀਕਰਨ ਕਰਨ ਦੇ ਲਈ ਕਿਹਾ ਹੈ। 340 ਤੋਂ 5 ਪਿਛਲੀਆਂ ਕਰ ਦੋ, 5 ਉਦੋਂ ਅਗਲੀਆਂ ਕਰ ਦੋ, ਕਿਉਂਕਿ ਇਹ ਤਾਂ ਦਹਾਈ ਦੇ ਵਿੱਚ ਹੀ ਕਿਹਾ ਨਾ ਆਪਾਂ ਨੂੰ, ਠੀਕ ਹੈ। ਤਾਂ ਇਦੋਂ 5 ਘਟਾ ਕੇ ਕੀ ਕਰਾਂਗੇ ਆਪਾਂ, 335, ਯਾਨੀ 335, 336, 337, 338, 339, 340, ਇਸੇ ਤਰ੍ਹਾਂ ਹੀ 341, 342, 343, 344 ਤੇ 344 ਤੱਕ ਹੀ ਆਊਗਾ, 345 ਦੇ ਵਿੱਚ, ਠੀਕ ਹੈ। 345 ਨਾਲ ਤਾਂ ਫਿਰ ਉਹ ਅੱਗੇ ਚਲੀ ਜਾਊਗੀ, ਹੈ ਨਾ, ਠੀਕ ਹੈ। 344 ਤੱਕ ਇਹ ਸੰਖਿਆਵਾਂ ਹੋਣਗੀਆਂ ਜਿਹੜਿਆਂ ਦਾ ਨੇੜਲੀ ਦਹਾਈ ਦੇ ਵਿੱਚ ਨਿਕਟੀਕਰਨ ਕਰਕੇ ਅਸੀਂ 340 ਪ੍ਰਾਪਤ ਕਰ ਸਕਦੇ ਹਾਂ। ਤਾਂ ਇਹ ਸੀ ਸਾਡੀ ਅੱਜ ਦੀ ਲੜੀ, ਅਭਿਆਸ 1.4। ਹਾਂਜੀ ਬੱਚਿਓ, ਇਸ ਤੋਂ ਅੱਗੇ ਆਪਾਂ ਕਰਦੇ ਹਾਂ MCQs ਇਸ ਲੜੀ ਦੇ। MCQs ਦੇ ਵਿੱਚ 4 ਆਨਸਰ ਆਪਣੇ ਕੋਲ ਦਿੱਤੇ ਹੁੰਦੇ ਨੇ, ਠੀਕ ਹੈ। ਉਹਨਾਂ ਦੇ ਵਿੱਚੋਂ ਆਪਾਂ ਨੇ ਇੱਕ ਆਨਸਰ ਚੂਜ਼ ਕਰਨਾ ਹੈ। ਤਾਂ ਪਹਿਲਾ ਜੋ ਸਵਾਲ ਹੈ ਸਾਡੇ ਕੋਲੇ ਉਹ ਹੈ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦੀ ਅਗੇਤਰ ਸੰਖਿਆ ਪਤਾ ਕਰੋ। 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਤਾਂ ਆਪਾਂ ਪੰਜੇ ਨਾ ਹੀ ਬਣਾ ਦਾਂਗੇ ਨਾ, ਠੀਕ ਹੈ। ਤੇ ਜੇ ਤੁਸੀਂ ਸੋਚੋ ਵੀ ਉਸ ਤੋਂ ਇੱਕ ਜੋੜ ਕੇ ਉਸ ਤੋਂ ਅੱਗੇ ਇੱਕ ਅਗੇਤਰ ਕਰਕੇ, ਠੀਕ ਹੈ, 99,999 ਦੇ ਵਿੱਚ ਜੇ ਆਪਾਂ ਇੱਕ ਜੋੜ ਦਈਏ ਤਾਂ ਕਿਹੜੀ ਸੰਖਿਆ ਪ੍ਰਾਪਤ ਹੋ ਜੂਗੀ ਸਾਨੂੰ? ਤਾਂ ਕਿਹੜੀ ਸੰਖਿਆ ਪ੍ਰਾਪਤ ਹੋ ਜੂਗੀ ਸਾਨੂੰ? C ਇਹਦਾ ਆਨਸਰ ਆ ਜਾਊਗਾ 1 ਲੱਖ, ਠੀਕ ਹੈ ਜੀ। ਤਾਂ ਪਹਿਲੇ ਸਵਾਲ ਦਾ ਆਨਸਰ ਕੀ ਹੈ? C 1 ਲੱਖ, ਠੀਕ। ਤਾਂ ਇਸ ਤੋਂ ਅੱਗੇ 2 ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹਨ? ਦੇਖੋ 10 ਤੋਂ 2 ਅੰਕਾਂ ਦੀਆਂ ਸੰਖਿਆਵਾਂ ਸ਼ੁਰੂ ਹੋ ਜਾਂਦੀਆਂ ਨੇ, ਤਾਂ 10 ਤੋਂ ਲੈ ਕੇ 99 ਤੱਕ ਸਾਡੇ ਕੋਲੇ 2 ਅੰਕਾਂ ਦੀਆਂ ਸੰਖਿਆਵਾਂ ਹੁੰਦੀਆਂ ਨੇ, ਠੀਕ ਹੈ। ਤਾਂ 2 ਅੰਕਾਂ ਦੀ ਸੰਖਿਆਵਾਂ ਦੀ ਕੁੱਲ ਗਿਣਤੀ ਕਿੰਨੀ ਹੋਈ? ਪਹਿਲੀਆਂ 9 ਤਾਂ ਨਹੀਂ ਵਿੱਚ ਜੁੜਦੀਆਂ ਨਾ, ਠੀਕ ਹੈ। ਤਾਂ 99 ਚੋਂ 9 ਘਟਾ ਕੇ ਆਪਣੇ ਕੋਲ ਕਿੰਨੇ ਰਹਿ ਗਏ? 90, ਠੀਕ ਹੈ। ਤਾਂ ਇਸ ਦਾ ਆਨਸਰ ਕੀ ਆਊਗਾ? B 90, ਠੀਕ ਹੈ ਜੀ। ਹਾਂਜੀ, ਤੀਸਰਾ ਸਵਾਲ, 5 ਅੰਕਾਂ ਦੀਆਂ ਕੁੱਲ ਕਿੰਨੀਆਂ ਸੰਖਿਆਵਾਂ ਹੁੰਦੀਆਂ ਹਨ? ਜਿਵੇਂ ਆਪਾਂ 2 ਅੰਕਾਂ ਦੀਆਂ ਸੰਖਿਆਵਾਂ ਹੁਣ ਉੱਪਰ ਲਿਖੀਆਂ ਸੀ, ਇਸੇ ਤਰ੍ਹਾਂ ਹੀ ਹੁਣ ਆਪਣੇ ਕੋਲੇ 5 ਅੰਕਾਂ ਦੀਆਂ ਸੰਖਿਆਵਾਂ ਜੋ ਸਾਨੂੰ ਦੱਸਦੀਆਂ, ਠੀਕ ਹੈ। ਤਾਂ ਸਾਡੇ ਤੋਂ ਪੁੱਛ ਲਈਆਂ 5 ਅੰਕਾਂ ਦੀਆਂ ਸੰਖਿਆਵਾਂ, ਤਾਂ 5 ਅੰਕਾਂ ਦੀਆਂ ਸੰਖਿਆਵਾਂ ਹੁਣ ਉਹੀ 5 ਅੰਕ ਪੂਰੇ ਕਰ ਦਿਓ, ਠੀਕ ਹੈ। ਇਹਦਾ ਆਨਸਰ D ਆਊਗਾ, ਠੀਕ ਹੈ, 90,000। ਤਾਂ 5 ਅੰਕਾਂ ਦੀਆਂ ਕਿੰਨੀਆਂ ਸੰਖਿਆਵਾਂ ਸਾਨੂੰ ਮਿਲਣਗੀਆਂ? 90,000, ਠੀਕ ਹੈ ਜੀ। ਇਸ ਤੋਂ ਅੱਗੇ ਚੌਥਾ ਸਵਾਲ, ਹਾਂਜੀ ਚੌਥਾ ਸਵਾਲ, 4, 6, 8, 9, 0 ਤੋਂ ਬਣੀ 5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋਵੇਗੀ? ਛੋਟੀ ਤੋਂ ਛੋਟੀ ਸੰਖਿਆ ਬਣਾਉਣ ਦੇ ਲਈ ਕਿਹਾ ਗਿਆ, ਠੀਕ ਹੈ। ਤਾਂ ਆਪਾਂ ਇਹਦੇ ਵਿੱਚੋਂ ਕਿੱਥੋਂ ਸ਼ੁਰੂ ਕਰਾਂਗੇ? 4 ਤੋਂ ਸ਼ੁਰੂ ਕਰਾਂਗੇ। 4 ਤੋਂ ਬਾਅਦ ਆਪਾਂ ਲਗਾਵਾਂਗੇ 0, ਠੀਕ ਹੈ। ਫਿਰ ਉਸ ਤੋਂ ਬਾਅਦ ਇਸ ਤੋਂ ਵੱਡਾ ਕਿਹੜਾ? 6, ਫਿਰ 8, ਫਿਰ 9। 4, 0, 6, 8, 9 ਯਾਨੀ 40,699। ਇਹਦਾ ਆਨਸਰ ਆ ਗਿਆ D, ਠੀਕ ਹੈ ਜੀ। ਇਸ ਤੋਂ ਅੱਗੇ ਪੰਜਵਾਂ ਸਵਾਲ ਹੈ, 59,059 ਸੰਖਿਆ ਕਿਹੜੀ ਹੈ? 59,059 ਸੰਖਿਆ ਕਿਹੜੀ ਹੈ? ਤਾਂ ਇਹਨਾਂ ਵਿੱਚੋਂ 59,059 ਸੰਖਿਆ C ਹੈ, ਠੀਕ ਹੈ। ਹੋਰ ਨਹੀਂ ਹੈਗੀਆਂ। ਪਹਿਲੀ ਤਾਂ ਸੰਖਿਆ ਹੈ 59,590, ਦੂਜੀ ਹੈਗੀ ਹੈ 5,959 ਤੇ ਜਿਹੜੀ D ਹੈ ਉਹ ਹੈ 59,509। ਆਪਣੇ ਤੋਂ ਪੁੱਛਿਆ ਕਿਹੜੀ ਹੈ? 59,059। ਤਾਂ ਇਹਦਾ ਆਨਸਰ C ਹੈ। 6ਵਾਂ ਸਵਾਲ, ਸੰਖਿਆ 26,573 ਵਿੱਚ 6 ਦਾ ਸਥਾਨਕ ਮੁੱਲ ਪਤਾ ਕਰੋ। ਤਾਂ 6 ਦਾ ਜਿਹੜਾ ਸਥਾਨਕ ਮੁੱਲ ਹੈ ਉਹ ਇੱਥੇ ਇਕਾਈ, ਦਹਾਈ, ਸੈਂਕੜਾ, ਹਜ਼ਾਰ ਕਰਕੇ ਆਪਾਂ ਪਤਾ ਕਰ ਲਾਂਗੇ 6,000, ਠੀਕ ਹੈ। ਤਾਂ B ਇਹਦਾ ਆਨਸਰ ਆਊਗਾ ਜੀ 6,000, ਠੀਕ ਹੈ। ਇਸ ਤੋਂ ਅੱਗੇ 7ਵਾਂ, ਵਿਸਤ੍ਰਿਤ ਸੰਖਿਆ 20,000 + 5,000 + 30 + 4 ਤੋਂ ਬਣੀ ਸੰਖਿਆ ਹੈ, ਠੀਕ ਹੈ। ਤਾਂ ਜੇ ਆਪਾਂ ਇਹਨਾਂ ਸਾਰੀਆਂ ਦਾ ਜੋੜ ਕਰਾਂਗੇ ਤਾਂ ਆਪਣੇ ਕੋਲੇ ਜਿਹੜਾ ਉੱਤਰ ਆ ਜਾਊਗਾ 7ਵੇਂ ਦਾ B 25,034, ਠੀਕ ਹੈ ਜੀ। ਉਸ ਤੋਂ ਬਾਅਦ 8ਵਾਂ ਸਵਾਲ ਹੈ, 7, 8, 6, 7, 9 ਅੰਕਾਂ ਤੋਂ ਬਣੀ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ। ਪਹਿਲਾਂ ਵੱਡਾ ਅੰਕ ਲਿਖ ਲਓ ਜੀ 9, ਫਿਰ 8, ਫਿਰ 7 2 ਵਾਰੀ ਆ ਗਿਆ, ਦੋਨੋਂ ਵਾਰੀ ਲਿਖ ਦਿਓ 7 7, ਫਿਰ ਉਸ ਤੋਂ ਬਾਅਦ 6, ਠੀਕ ਹੈ। ਤਾਂ ਇਹਦਾ ਆਨਸਰ ਆਪਣੇ ਕੋਲ ਆ ਗਿਆ C
ठीक है जी। 8वें ਦਾ C। ਇਸ ਤੋਂ ਅੱਗੇ ਹਾਂਜੀ, ਇਸ ਤੋਂ ਅੱਗੇ 9ਵਾਂ ਸਵਾਲ ਹੈ, ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਵਿੱਚ 8 ਦਾ ਸਥਾਨਕ ਮੁੱਲ 8000 ਹੈ। ਜਿਹੜੀ 1000 ਦੇ ਸਥਾਨ ਤੇ 8 ਹੋਵੇ ਬਸ ਉਹਦੇ ਵਿੱਚ 8000 ਹੋਊਗਾ। ਠੀਕ ਹੈ, ਪਹਿਲੀ 'ਚ 1000 ਦੇ ਸਥਾਨ ਤੇ 8 ਨਹੀਂ ਹੈਗਾ, 5 ਹੈ। ਦੂਜੀ ਦੇ ਵਿੱਚ 1000 ਦੇ ਸਥਾਨ ਤੇ 8 ਨਹੀਂ ਹੈਗਾ, 3 ਹੈ। ਤੀਸਰੀ ਦੇ ਵਿੱਚ 1000 ਦੀ ਥਾਂ ਤੇ 8 ਨਹੀਂ ਹੈਗਾ, 4 ਹੈ। ਤਾਂ ਚੌਥਾ ਇਹ ਆਨਸਰ ਸਹੀ ਹੈ ਜੀ, 48054। ਠੀਕ ਹੈ, ਤਾਂ ਇਸ ਤੋਂ ਅੱਗੇ ਸੰਖਿਆ 48 ਦਾ ਰੋਮਨ ਅੰਕ ਦੱਸੋ। ਮੇਰੇ ਖਿਆਲ ਬੱਚਿਓ ਤੁਸੀਂ ਸਾਰਿਆਂ ਨੇ ਰੋਮਨ ਅੰਕ ਪਿਛਲੀ ਜਮਾਤ ਦੇ ਵਿੱਚ ਕੀਤੇ ਹੋਏ ਨੇ। 48 ਦੇ ਆਪਾਂ ਨੇ ਰੋਮਨ ਅੰਕ ਦੱਸਣੇ ਨੇ। ਠੀਕ ਹੈ, ਤਾਂ 48 50 ਦੇ ਵਿੱਚੋਂ ਪਹਿਲਾਂ 10 ਘਟਾ ਕੇ 40 ਬਣਦੇ ਹੁੰਦੀ ਸੀ ਨਾ, ਜਾਨੀ L ਤੇ ਪਿੱਛੇ X, ਜਾਨੀ X ਤੋਂ ਸ਼ੁਰੂ ਹੋਊਗਾ ਇਹ XL, ਉਸ ਤੋਂ ਬਾਅਦ 8 ਜਾਨੀ VII। ਠੀਕ ਹੈ, XL VII C ਇਹਦਾ ਆਨਸਰ ਬਣ ਜਾਊਗਾ। ਹਾਂਜੀ, ਉਸ ਤੋਂ ਅੱਗੇ 11ਵਾਂ ਸਵਾਲ ਹੈ, ਸੰਖਿਆ 85 ਦਾ ਰੋਮਨ ਅੰਕ ਦੱਸੋ। ਹੁਣ 85 ਦਾ ਰੋਮਨ ਅੰਕ ਦੱਸਣਾ ਹੈ, ਪਹਿਲਾਂ 50 ਫਿਰ ਉਹਦੇ ਨਾਲ 30 ਹੋਰ ਜੋੜ ਕੇ 5 ਪਾ ਦਿਓ, ਜਾਨੀ D ਇਹਦਾ ਆਨਸਰ ਆਊਗਾ। ਠੀਕ ਹੈ, ਤਾਂ 12ਵਾਂ ਸਵਾਲ, ਸੰਖਿਆ 10000 ਦੀ 75 ਸੰਖਿਆ ਲਿਖੋ। ਇਹਦੇ ਵਿੱਚੋਂ ਇੱਕ ਘਟਾਉਂਗੇ ਤਾਂ ਇਹ 9999 ਮਿਲੂਗਾ ਜੀ ਸਾਨੂੰ, ਇਹ ਆਨਸਰ ਆਊਗਾ ਇਹਦਾ। ਠੀਕ ਹੈ, ਇਸ ਤੋਂ ਅੱਗੇ ਸਵਾਲ। ਠੀਕ ਹੈ, ਉਸ ਤੋਂ ਬਾਅਦ 14ਵਾਂ, IXLV ਤੋਂ ਬਣੀ ਠੀਕ ਸੰਖਿਆ ਕਿਹੜੀ ਹੈ। ਨੀਚੇ 4 ਸੰਖਿਆਵਾਂ ਦਿੱਤੀਆਂ ਹੋਈਆਂ ਨੇ, ਉਹਨਾਂ ਦੇ ਵਿੱਚੋਂ ਠੀਕ ਸੰਖਿਆ ਆਪਣੇ ਲੱਭਣੀ ਹੈ। ਬਸ B ਸੰਖਿਆ ਇਹਦੇ ਵਿੱਚ ਠੀਕ ਹੈ ਜੀ, ਬਾਕੀ ਗਲਤ ਨੇ। ਠੀਕ ਹੈ, B ਆਨਸਰ ਦੇਖ ਲਿਓ। 103 ਅੰਕਾਂ ਨੂੰ ਵਰਤ ਕੇ 5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਲਿਖੋ। ਹੁਣ 3 ਹੈ ਆਪਣੇ ਬਣਾਉਣੀ ਕੀ ਹੈ, ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ। ਠੀਕ ਹੈ, ਪਹਿਲਾਂ 3 ਲਿਖੋ, ਫਿਰ 3 ਲਿਖੋ, ਫਿਰ 3 ਲਿਖੋ। ਠੀਕ ਹੈ, ਅੱਗੇ 2 ਅੰਕ ਬਚ ਗਏ, ਫਿਰ 1 ਫਿਰ 0, ਜਾਨੀ C ਇਹਦਾ ਆਨਸਰ ਆਊਗਾ। 16ਵਾਂ ਸਵਾਲ, 980 ਅੰਕਾਂ ਨੂੰ ਵਰਤ ਕੇ 4 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਲਿਖੋ। ਹੁਣ ਆਪਾਂ ਨੇ ਛੋਟੀ ਤੋਂ ਛੋਟੀ ਸੰਖਿਆ ਲਿਖਣੀ ਹੈ। ਪਹਿਲਾਂ 8 ਲਿਖ ਲਓ, ਠੀਕ ਹੈ, ਫਿਰ 0, ਫਿਰ 0, ਫਿਰ 9, ਜਾਨੀ D ਇਹਦਾ ਆਨਸਰ ਆ ਗਿਆ। ਠੀਕ ਹੈ, ਉਸ ਤੋਂ ਬਾਅਦ 17ਵਾਂ ਸਵਾਲ ਹੈ, 758 ਦਾ ਨੇੜਲੀ ਦਹਾਈ ਦੇ ਵਿੱਚ ਨਿਕਟੀਕਰਨ ਕਰੋ। ਦੇਖੋ 58 ਵੇਲੇ ਆਪਾਂ 8 ਦੇਖਾਂਗੇ, ਦਹਾਈ ਵੇਲੇ ਆਪਾਂ 8 ਦੇਖਾਂਗੇ ਨਾ, ਪਹਿਲਾਂ ਇਕਾਈ ਦਾ ਅੰਕ ਦੇਖਾਂਗੇ। ਠੀਕ ਹੈ, ਇਕਾਈ ਦੇ ਅੰਕ ਵੇਲੇ ਆਪਾਂ 8 ਲਿਖ ਕੇ ਇਹਦੇ ਵਿੱਚ 1 ਜੋੜਾਂਗੇ, ਜਾਨੀ ਇਹਦਾ 760 B ਆਨਸਰ ਆ ਜਾਊਗਾ, 760। ਇਸ ਤੋਂ ਅੱਗੇ 18ਵਾਂ ਸਵਾਲ, ਸੰਖਿਆ 8978 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ ਕਰੋ। ਦਹਾਈ ਦੇ ਵਿੱਚ ਨਿਕਟੀਕਰਨ ਕਰਨਾ ਹੈ। 7 ਉਦੋਂ ਇਕਾਈ ਦਾ ਅੰਕ ਦੇਖਾਂਗੇ ਆਪਾਂ, ਇਕਾਈ ਦਾ ਅੰਕ 8 ਹੈ। 8 ਦੇ ਸਮੇਂ ਆਪਾਂ ਕੀ ਕਰਦੇ ਹੁੰਦੇ ਹਾਂ, 7 ਦੇ ਵਿੱਚ 1 ਜੋੜਦੇ ਹੁੰਦੇ ਹਾਂ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ 1 ਜੋੜਾਂਗੇ, ਜਦੋਂ 1 ਜੋੜਾਂਗੇ ਅੱਗੇ ਵੀ 1 ਜੁੜ ਜੂਗਾ। ਠੀਕ ਹੈ, ਤਾਂ 18ਵੇਂ ਸਵਾਲ ਦਾ ਸਾਡੇ ਕੋਲੇ ਆਨਸਰ ਆ ਜਾਊਗਾ A, 8980। ਠੀਕ ਹੈ ਜੀ। 19ਵਾਂ ਸਵਾਲ, ਸੰਖਿਆ 69684 ਦਾ ਨੇੜੇ 1000 ਵਿੱਚ ਨਿਕਟੀਕਰਨ ਕੀ ਹੋਵੇਗਾ। ਹੁਣ ਪਿੱਛੇ ਮੈਂ ਤੁਹਾਨੂੰ ਇਹ ਲੜੀ ਪੂਰੀ ਕਰਾ ਕੇ ਆਇਆ, ਉਹਦੇ ਵਿੱਚ ਦੇਖਿਓ। ਠੀਕ ਹੈ, ਤਾਂ ਇਹਦਾ ਮੈਂ ਤੁਹਾਨੂੰ ਇੱਥੇ ਸਿੱਧਾ ਆਨਸਰ ਦੱਸ ਦਿੰਦਾ, D ਆਨਸਰ ਆਊਗਾ ਇਹਦਾ। ਠੀਕ ਹੈ, 70000 ਇਹਦਾ ਆਨਸਰ ਆਏਗਾ। B, ਜੇਕਰ ਸੰਖਿਆ ਦਾ 10000 ਵਿੱਚ ਨਿਕਟੀਕਰਨ ਕਰਨਾ ਹੋਵੇ ਤਾਂ ਕਿਸ ਸਥਾਨ ਦੀ ਸੰਖਿਆ ਨੂੰ ਦੇਖ ਕੇ ਨਿਕਟੀਕਰਨ ਕਰਨਾ ਹੋਵੇਗਾ। 10000 ਦੇ ਸਮੇਂ ਆਪਾਂ ਉਸ ਤੋਂ ਪਿਛਲਾ ਅੰਕ ਦੇਖਾਂਗੇ, ਜਾਨੀ 1000 ਵਾਲਾ ਅੰਕ ਦੇਖਾਂਗੇ। ਠੀਕ ਹੈ, ਤਾਂ C ਇਹਦਾ ਆਨਸਰ ਆਊਗਾ 20ਵੇਂ ਦਾ। ਠੀਕ ਹੈ ਜੀ। ਇਸ ਤੋਂ ਅੱਗੇ 21ਵਾਂ, ਸੰਖਿਆ 50358 ਵਿੱਚ 0 ਦਾ ਸਥਾਨਕ ਮੁੱਲ ਕੀ ਹੈ। 0 ਕਿਸੇ ਵੀ ਸਥਾਨ ਤੇ ਆ ਜੇ, ਉਹਦਾ ਸਥਾਨਕ ਮੁੱਲ ਹਮੇਸ਼ਾ 0 ਹੀ ਰਹਿੰਦਾ ਹੈ। ਠੀਕ ਹੈ ਨਾ, ਤਾਂ ਇਹਦਾ ਆਨਸਰ D ਆਊਗਾ। ਇਸ ਤੋਂ ਅੱਗੇ, ਰੋਮਨ ਸੰਖਿਆਵਾਂ ਲਿਖਦੇ ਸਮੇਂ ਕਿਹੜੇ ਚਿੰਨ੍ਹ ਦੁਹਰਾਏ ਨਹੀਂ ਜਾਂਦੇ। ਇਹ ਹਮੇਸ਼ਾ ਯਾਦ ਹੀ ਰੱਖਿਓ ਬੱਚਿਓ। ਠੀਕ ਹੈ, ਵੀ L ਤੇ V, ਜਾਨੀ B ਆਨਸਰ ਹੈ ਇਹਦਾ। ਠੀਕ ਹੈ, L ਤੇ V ਇਹ ਕਦੇ ਦੁਹਰਾਏ ਨਹੀਂ ਜਾਂਦੇ ਰੋਮਨ ਅੰਕ ਲਿਖਦੇ ਸਮੇਂ। ਹਾਂਜੀ, 23ਵਾਂ, 1 ਲੱਖ ਵਿੱਚ ਕਿੰਨੇ ਅੰਕ ਹੁੰਦੇ ਹਨ। ਤਾਂ ਆਪਾਂ ਨੂੰ ਇਹ ਤਾਂ ਸਾਫ਼ ਹੀ ਪਤਾ ਹੈ ਵੀ 1 ਲੱਖ ਦੇ ਵਿੱਚ ਅੰਕ ਕਿੰਨੇ ਹੁੰਦੇ ਨੇ, 6 ਅੰਕ ਹੁੰਦੇ ਨੇ। ਠੀਕ ਹੈ ਨਾ, ਜੇ ਨਹੀਂ ਪਤਾ ਤਾਂ 1 ਲੱਖ ਲਿਖ ਕੇ ਉਹਦੇ ਅੰਕ ਗਿਣ ਕੇ ਦੇਖ ਲਿਓ, 6 ਅੰਕ ਬਣ ਗਏ, 1 ਏਕਾ ਤੇ 5 ਜ਼ੀਰੋ। 1 ਲੱਖ ਵਿੱਚ ਕਿੰਨੇ ਹਜ਼ਾਰ ਹੁੰਦੇ ਨੇ। 1 ਲੱਖ ਉੱਪਰ ਲਿਖ ਲਿਓ, ਉਹਦੇ ਨੀਚੇ 1000 ਲਿਖ ਲਿਓ। ਠੀਕ ਹੈ, ਉਹਦੀਆਂ ਜ਼ੀਰੋਆਂ ਨਾਲ ਉੱਪਰਲੀਆਂ ਨਾਲ ਕੱਟ ਕੇ ਦੇਖਿਓ। ਠੀਕ ਹੈ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਹਜ਼ਾਰ ਹੁੰਦੇ ਨੇ। ਇਹਦਾ ਆਨਸਰ 100 ਆਊਗਾ। ਠੀਕ ਹੈ ਜੀ, 100,000 ਹੁੰਦੇ 1 ਲੱਖ ਦੇ ਵਿੱਚ।
25ਵਾਂ ਸਵਾਲ ਹੈ ਜੀ, ਗਿਣ ਤਾਰੇ ਦੇ ਕਿਸੇ ਵੀ ਕਾਲਮ ਵਿੱਚ ਵੱਧ ਤੋਂ ਵੱਧ ਕਿੰਨੇ ਮੋਤੀ ਪਾਏ ਜਾ ਸਕਦੇ ਹਨ। ਮੋਤੀਆਂ ਨੂੰ ਆਪਾਂ ਵੀਡਸ ਬੋਲਦੇ ਹਾਂ, ਠੀਕ ਹੈ। ਇਹ ਕਿੰਨੇ ਪਾਏ ਜਾ ਸਕਦੇ ਹਨ? ਵੱਧ ਤੋਂ ਵੱਧ 9 ਪਾਏ ਜਾ ਸਕਦੇ ਜੀ। ਡੀ ਇਹਦਾ ਆਨਸਰ ਆਊਗਾ, ਠੀਕ ਹੈ। ਤਾਂ ਇਹ ਸੀ ਅੱਜ ਦੀ ਲੜੀ। ਇਸ ਦੇ ਨਾਲ ਹੀ ਆਪਣਾ ਜਿਹੜਾ ਪਹਿਲਾ ਅਭਿਆਸ ਹੈ ਸੰਖਿਆਵਾਂ ਨਾਲ ਸੰਬੰਧਿਤ 5ਵੀਂ ਜਮਾਤ ਦਾ, ਉਹ ਕੰਪਲੀਟ ਹੋ ਗਿਆ। ਜਿਸ ਵੀ ਬੱਚੇ ਨੇ ਪਿਛਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਕਿਰਪਾ ਕਰਕੇ ਪਿਛਲੀਆਂ ਵੀਡੀਓਜ਼ ਦੇਖ ਲਿਓ, ਤਾਂ ਕਿ ਤੁਹਾਨੂੰ ਇਹ ਪੂਰੀ ਦੀ ਪੂਰੀ ਲੜੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਸਮਝ ਆ ਜਾਵੇ, ਠੀਕ ਹੈ। ਤਾਂ ਲਾਈਕ ਤੇ ਸ਼ੇਅਰ ਵੀ ਕਰ ਦਿਆ ਕਰੋ, ਠੀਕ ਹੈ। ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।